ਗਲਤੀਆਂ ਟਰਾਂਸਪੋਰਟ ਵਿਭਾਗ ਦੀਆਂ ਨੇ। ਟਰਾਂਸਪੋਰਟ ਵਿਭਾਗ ਦੇ ਹੰਕਾਰੀ ਅਫਸਰਾਂ ਦੀਆਂ, ਡਿਕਟੇਟਰਸ਼ਿਪ ਅਫਸਰਾਂ ਦੀਆਂ, ਤੇ ਖਮਿਆਜਾ ਪੰਜਾਬ ਦੇ ਲੋਕ ਭੁਗਤਣਗੇ, ਟਰਾਂਸਪੋਰਟਰ ਭੁਗਤਣਗੇ। ਹੰਕਾਰੀ ਸਟੇਟ ਟਰਾਂਸਪੋਰਟ ਕਮਿਸ਼ਨਰ ਤੇ ਹੰਕਾਰੀ ਪ੍ਰਿੰਸੀਪਲ ਸੈਕਟਰੀ ਇਹ ਭੁੱਲ ਚੁੱਕੇ ਆ ਵੀ ਜਿਹੜੀ ਕੁਰਸੀ ਤੇ ਇਹ ਬੈਠੇ ਆ ਉਹ ਸਾਡੇ ਭਰੇ ਹੋਏ ਟੈਕਸਾਂ 'ਚੋਂ ਤਨਖਾਹਾਂ ਲੈਂਦੇ ਆ। ਆਮ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦੇ ਭਰੇ ਹੋਏ ਟੈਕਸਾਂ 'ਚੋਂ ਉਹ ਭੱਤੇ ਲੈਂਦੇ ਆ, ਉਹਨਾਂ ਦੇ ਭਰੇ ਹੋਏ ਟੈਕਸਾਂ 'ਚੋਂ ਤਨਖਾਹਾਂ ਲੈਂਦੇ ਆ। ਇਹ ਦੋਨੇ ਬੰਦਿਆਂ ਨੇ ਪੰਜਾਬ ਦਾ ਬੇੜਾ ਗਰਕ ਕਰਤਾ। ਮੈਂ ਕਿਹਾ ਜੀ ਯਾਰੀਆਂ ਤੁਹਾਡੀਆਂ ਸਟੇਟ ਟਰਾਂਸਪੋਰਟ ਕਮਿਸ਼ਨਰ ਸੈਕਟਰੀ ਟਰਾਂਸਪੋਰਟ ਦੀਆਂ ਕਾਰਪੋਰੇਟ ਘਰਾਣਿਆਂ ਦੇ ਨਾਲ, ਉਹਨਾਂ ਨੂੰ ਫਾਇਦਾ ਹੋਇਆ। ਜਿਹੜੀ ਮੈਂ ਕਿਹਾ ਬੱਸ ਨੂੰ 5000 ਰੁਪਈਆ ਡੇਲੀ ਦਾ NP ਪਰਮਿਟ ਤੇ ਐਂਟਰੀ ਜਿਹੜੀ ਪੰਜਾਬ ਦੀ ਆ 5000 ਰੁਪਈਆ ਟੈਕਸ ਲੱਗਦਾ ਸੀ, ਉਹਨੂੰ ਅੱਜ 825 ਰੁਪਏ ਪੈਣ ਲੱਗ ਗਿਆ। ਮੈਂ ਕਿਹਾ ਫਾਇਦਾ ਹੋਇਆ ਉਹਨਾਂ ਨੂੰ, ਤੇ ਗਰੀਬ ਲੋਕ ਜਿਹੜੇ ਗਰੀਬ ਟੈਕਸੀਆਂ ਵਾਲੇ ਆ ਉਹਨਾਂ ਨੂੰ ਤੁਸੀਂ ਖਤਮ ਕਰਤਾ, ਮਾਰਤਾ, ਉਹਨਾਂ ਨੂੰ ਬਰਬਾਦ ਕਰਤਾ ਇੱਕ ਪਰਮਿਟ ਦੀ ਪਾਲਿਸੀ ਲਿਆ ਕੇ। ਉਹ ਹਜ਼ਾਰ ਕਰੋੜ ਦੇ ਮਾਲਕ ਅਸੀਂ ਲੱਖ 1.5 ਲੱਖ ਰੁਪਈਆ ਦੇ ਕੇ ਗੱਡੀ ਚਲਾਉਂਦੇ ਆ, ਲੋਨ ਕਰਦੇ ਆ, ਫਿਰ ਘਰ ਪਰਿਵਾਰ ਪਾਲਦੇ ਆ ਆਪਦਾ। ਪਹਿਲਾਂ ਜਿਹੜਾ 6 ਮਹੀਨੇ ਦਾ ਮੈਰੀਟੋਰੀਅਮ ਹੋਇਆ ਉਹ 6 ਜੇ ਕਿਸ਼ਤਾਂ ਅੱਗੇ ਕੀਤੀਆਂ, ਪਹਿਲਾਂ ਤਾਂ ਕਹਿ ਰਹੇ ਸੀ ਵਿਆਜ ਨਹੀਂ ਪਊਗਾ, ਉਹ 6 ਕਿਸ਼ਤਾਂ ਤੇ ਡਬਲ ਵਿਆਜ ਲੱਗਿਆ। ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ ਹੋਰ ਕਰਜ਼ੇ ਹੀ ਹੋ ਚੁੱਕੇ ਆ। ਪੈਰ ਤੇ ਧੋਖਾ ਹੋਇਆ ਬਿਲਕੁਲ। ਇਹ ਤੋਂ ਫੜ ਲਏ ਪੈਸੇ, ਉਹ ਤੋਂ ਫੜ ਲਏ। ਜੇ ਅੱਜ 15 ਲੱਖ ਦਾ ਕਰਜ਼ਾ ਸੀ, ਹੁਣ ਤੱਕ 20 ਲੱਖ ਰੁਪਇਆ 22 ਲੱਖ ਦੇ ਕਰਜ਼ੇ ਹੀ ਹੋ ਚੁੱਕੇ ਆ। ਦੇਸ਼ ਵਿਦੇਸ਼ ਟਾਈਮ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਸ਼ਾਲ ਸ਼ਾਰਦਾ। ਆਜ਼ਾਦ ਟੈਕਸੀ ਯੂਨੀਅਨ ਵੱਲੋਂ ਰਜ਼ੀਆ ਸੁਲਤਾਨਾ ਟਰਾਂਸਪੋਰਟ ਮੰਤਰੀ ਦੇ ਘਰ ਦਾ ਜਿਹੜਾ ਘਿਰਾਓ ਕੀਤਾ ਗਿਆ ਸੀਗਾ, ਉਸ ਤੋਂ ਬਾਅਦ ਕੁਛ ਹਿਲਚੁਲ ਹੋਣ ਤੋਂ ਬਾਅਦ ਇਹਨਾਂ ਦੇ ਨਾਲ 2 ਘੰਟੇ ਮੀਟਿੰਗ ਆ ਜਿਹੜੀ ਹੋਈ ਆ ਪੰਜਾਬ ਭਵਨ ਦੇ ਵਿੱਚ। ਉਸ ਤੋਂ ਬਾਅਦ ਕੀ ਸਿੱਟਾ ਨਿਕਲਿਆ, ਕੀ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਸੁਣੀਆਂ ਗਈਆਂ, ਕਿੱਥੇ ਤੱਕ ਗੱਲ ਪਹੁੰਚੀ, ਉਹਨਾਂ ਨਾਲ ਹੀ ਗੱਲਬਾਤ ਕਰਦੇ ਆ। ਸਾਡੇ ਨਾਲ ਆਜ਼ਾਦ ਟੈਕਸੀ ਯੂਨੀਅਨ ਤੋਂ ਸ਼ਰਨਜੀਤ ਸਿੰਘ ਸਾਡੇ ਨਾਲ ਮੌਜੂਦ ਨੇ। ਸ਼ਰਨਜੀਤ, ਕਿਵੇਂ ਦੇਖਦੇ ਹੋ? ਧੰਨਵਾਦ ਕਰਦੇ ਹਾਂ ਅਸੀਂ ਦੇਸ਼ ਵਿਦੇਸ਼ ਟਾਈਮ ਦਾ। ਤੇ ਦੇਖੋ ਜੀ 2 ਘੰਟੇ ਦੀ ਮੈਡਮ ਨਾਲ ਮੀਟਿੰਗ ਚੱਲੀ ਤੇ ਗਲਤੀਆਂ ਟਰਾਂਸਪੋਰਟ ਵਿਭਾਗ ਦੀਆਂ ਨੇ। ਟਰਾਂਸਪੋਰਟ ਵਿਭਾਗ ਦੇ ਹੰਕਾਰੀ ਅਫਸਰਾਂ ਦੀਆਂ, ਡਿਕਟੇਟਰਸ਼ਿਪ ਅਫਸਰਾਂ ਦੀਆਂ, ਤੇ ਖਮਿਆਜਾ ਪੰਜਾਬ ਦੇ ਲੋਕ ਭੁਗਤਣਗੇ, ਟਰਾਂਸਪੋਰਟਰ ਭੁਗਤਣਗੇ। ਉਹ ਚਾਹੇ ਟੈਕਸੀ ਵਾਲਾ ਵੀਰ ਹੋਵੇ, ਉਹ ਚਾਹੇ ਟਰੱਕ ਵਾਲਾ ਵੀਰ ਹੋਵੇ, ਉਹ ਚਾਹੇ ਆਟੋ ਵਾਲਾ ਹੋਵੇ, ਚਾਹੇ ਸਕੂਲ ਬੱਸ ਵਾਲਾ ਹੋਵੇ, ਖਮਿਆਜਾ ਉਹਨਾਂ ਨੇ ਭੁਗਤਣਾ ਇਹਨਾਂ ਦੀ ਡਿਕਟੇਟਰਸ਼ਿਪ ਤੇ ਲਾਪਰਵਾਹੀ। ਅੱਛਾ, ਇੱਕ ਜਿਹੜਾ ਹੁਣ ਨਵਾਂ ਇਹਨਾਂ ਨੇ ਜ਼ਿਕਰ ਕੀਤਾ ਕਿ ਪ੍ਰਾਈਵੇਟ ਘਰਾਣਿਆਂ ਦੇ ਹੱਥ ਆ ਜਿਹੜਾ ਪਾਸਿੰਗ ਸਿਸਟਮ ਆ ਜਿਹੜਾ ਦੇ ਦਿੱਤਾ ਗਿਆ, ਉਸ ਨੂੰ ਲੈ ਕੇ ਕਿਵੇਂ ਦੇਖਦੇ ਪਏ ਹੋ? ਦੇਖੋ ਜੀ, ਮੈਂ ਦਿਖਾ ਦੇਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ GSR 278 ਆਇਆ, ਜਿਹਦੀ ਕਿ ਅੱਜ ਪੂਰੀ ਚਰਚਾ ਪੂਰੇ ਪੰਜਾਬ 'ਚ, ਚਾਹੇ ਉਹ ਵਿਰੋਧੀ ਧਿਰ ਪਾਰਟੀਆਂ ਨੇ, ਚਾਹੇ ਉਹ ਹੋਰ ਜਿਹੜੇ ਨੁਮਾਇੰਦੇ ਆ, ਉਹਨਾਂ ਵੱਲੋਂ ਪੂਰੀ ਚਰਚਾ ਹੋ ਰਹੀ ਆ। ਅਸੀਂ ਇਹ ਜ਼ਿਕਰ ਕਰਿਆ GRS 278 ਦਾ, ਆਟੋਮੈਟਿਕ ਟੈਸਟਿੰਗ ਸਟੇਸ਼ਨਾਂ ਦੀ ਮਾਨਤਾ ਨਿਯਮ ਅਤੇ ਨਿਰੰਤਰ ਲਈ ਨਿਯਮ। ਇਹਦੇ ਤੇ 8/4/2021 ਲਾਸਟ ਡੇਟ ਸੀ ਇਹਦੀ। ਤੁਸੀਂ ਇਸ ਚੀਜ਼ ਦੀ ਜਿਹੜੀ ਮੁੱਦਾ ਜਿਹੜਾ ਉਠਾਇਆ ਸੀਗਾ ਤੇ ਦੂਜੀਆਂ ਸਿਆਸੀ ਪਾਰਟੀਆਂ ਦਾ ਲਾਹਾ ਇਸ ਦਾ ਕ੍ਰੈਡਿਟ ਲੈਣਾ ਚਾਹੁੰਦੀ? ਬਿਲਕੁਲ ਕ੍ਰੈਡਿਟ ਲੈਣਾ ਚਾਹੁੰਦੀਆਂ। ਸੁੱਤੀਆਂ ਪਈਆਂ ਨੇ, ਚਾਹੇ ਉਹ ਵਿਰੋਧੀ ਧਿਰ ਆ, ਚਾਹੇ ਉਹ ਕੋਈ ਵੀ ਪਾਰਟੀ ਆ ਪੰਜਾਬ ਦੇ ਵਿੱਚ, ਇੱਕ ਦੂਜੇ ਤੇ ਚਿੱਕੜ ਸਿੱਟ ਰਹੀਆਂ ਨੇ। ਪੰਜਾਬ ਦੇ ਲੋਕ ਕੋਈ ਟੈਨਸ਼ਨ ਨਹੀਂ ਉਹਨਾਂ ਨੂੰ, ਚਾਹੇ ਉਹਨਾਂ ਤੇ ਲੱਖਾਂ ਦਾ ਕਰਜ਼ਾ, ਕਰੋੜਾਂ ਦਾ ਕਰਜ਼ਾ, ਪੰਜਾਬ ਸੂਬੇ ਤੇ ਕਰਜ਼ਾ, ਪੰਜਾਬ ਦੇ ਸੂਬੇ ਦੀ ਕਿਸੇ ਨੂੰ ਟੈਨਸ਼ਨ ਨਹੀਂ ਹੈਗੀ। ਸਿਰਫ ਜਿਹੜੀ ਟੈਨਸ਼ਨ ਇਹਨਾਂ ਲੋਕਾਂ ਨੂੰ ਆ ਜਾਂ ਜੋ ਕੁਝ ਵੀ ਆ, ਉਹ ਆਪਦੀਆਂ ਸਿਆਸੀਆਂ ਰੋਟੀਆਂ ਸੇਕਦੇ ਆ, ਇੱਕ ਦੂਜੇ ਤੇ ਚਿੱਕੜ ਸਿੱਟਦੇ ਆ। ਮਤਲਬ ਲੋਕਾਂ ਦੀਆਂ ਜਿਹੜੀਆਂ ਮਜਬੂਰੀਆਂ ਹੁੰਦੀਆਂ, ਮਜਬੂਰੀਆਂ ਨੂੰ ਰਾਜਨੀਤਿਕ ਮੁੱਦਾ ਬਣਾ ਕੇ ਲੜਦੇ ਨੇ। ਬਿਲਕੁਲ ਰਾਜਨੀਤਿਕ ਮੁੱਦਾ ਬਣਾ ਕੇ ਲੜਦੇ ਆ। ਤੇ ਮੈਂ ਇਹਦੀ ਗੱਲ ਕਰਨ ਲੱਗਿਆ, ਇਹ ਉਹੀ ਕਾਲਾ ਕਾਨੂੰਨ ਆ ਜਿਵੇਂ ਪੰਜਾਬ ਦੇ ਟੈਕਸੀ ਮਾਲਕ ਤੇ ਚਾਲਕਾਂ ਤੇ ਜਾਂ ਪੂਰੇ ਇੰਡੀਆ ਦੇ ਟੈਕਸੀ ਮਾਲਕਾਂ ਤੇ ਜਿਹੜਾ ਇੱਕ NP ਪਰਮਿਟ ਨੂੰ ਲੈ ਕੇ ਕਾਨੂੰਨ ਬਣਾਇਆ ਗਿਆ, ਉਹਦੀ ਆਪਾਂ ਬਾਅਦ 'ਚੋਂ ਜ਼ਿਕਰ ਤੇ ਗੱਲ ਕਰਦੇ ਹਾਂ, ਉਹਦੀ ਵੀ ਪੂਰਾ ਖੁਲਾਸਾ ਕਰੂੰ ਅੱਜ ਮੈਂ। ਇਹ
ਜਿਹੜੀਆਂ ਗੱਡੀਆਂ ਦੀਆਂ ਪਾਸਿੰਗਾਂ ਨੇ। ਪਾਸਿੰਗ ਹੁੰਦੀ ਕੀ ਹੈ, ਪਹਿਲਾਂ ਇਹ ਜਾਣਕਾਰੀ ਦਿਓ। ਪਾਸਿੰਗ ਜਿਹੜੇ ਪ੍ਰਾਈਵੇਟ ਘਰਾਣੇ ਨੂੰ ਦਿੱਤੀ ਗਈ ਹੈ, ਪਾਸਿੰਗ ਕਹਿੰਦੇ ਕਿਹਨੂੰ? ਦੇਖੋ, ਪਾਸਿੰਗ ਇੱਕ MBA ਨੇ ਕਰਨੀ ਹੁੰਦੀ ਆ ਵੀ ਗੱਡੀ ਤੁਹਾਡੀ ਚੱਲਣ ਯੋਗ ਆ, ਗੱਡੀ ਤੁਹਾਡੀ ਟਾਇਰ ਟੱਪਾ ਠੀਕ ਆ, ਗੱਡੀ ਦਾ ਤੁਹਾਡੀ ਦਾ ਸਾਈਡ ਮਿਰਰ ਹੈਗਾ ਵਾ ਜਾਂ ਸ਼ੀਸ਼ਾ ਹੈਗਾ ਜਾਂ ਟੇਪਾਂ ਲੱਗੀਆਂ ਹੋਈਆਂ ਨੇ। ਇੱਕ MBA ਨੇ ਗੱਡੀ ਪਾਸ ਕਰਕੇ ਵੀ ਹਾਂ ਇਹ ਚੱਲਣ ਯੋਗ ਆ ਗੱਡੀ। ਗੱਡੀ ਦੀ ਇਨਸਪੈਕਸ਼ਨ ਕਰਨੀ ਹੈ ਕਿ ਗੱਡੀ ਠੀਕ ਹੈ, ਦਰੁਸਤ ਹੈ, ਸੜਕ ਤੇ ਚੱਲ ਸਕਦੀ ਹੈ। ਹਾਂਜੀ ਬਿਲਕੁਲ, ਉਸ ਨੂੰ ਫਿਰ ਸਰਟੀਫਿਕੇਟ ਮਿਲਦਾ ਕਿ ਜਿਹਨੂੰ ਅਸੀਂ ਪਾਸਿੰਗ ਕਹਿ ਲੈਂਦੇ ਆ, ਫਿਟਨੈਸ ਕਹਿ ਲੈਂਦੇ ਆ। ਤੇ ਉਹ ਫਿਟਨੈਸ ਜਿਹੜੀ ਅੱਜ ਲੋਕਾਂ ਨੂੰ ਅਵੇਅਰ ਕਰ ਰਿਹਾ, ਇਹ ਲੋਕਾਂ ਨੇ ਤਾਂ ਖਮਿਆਜਾ ਉਹਨਾਂ ਨੇ ਭੁਗਤਣਾ ਹੀ ਭੁਗਤਣਾ ਵਾ। ਇਹਦੇ 'ਚ ਜਿਹੜੇ ਗਰੀਬ, ਕੋਈ ਚਾਹੇ ਪੈਂਚਰ ਲਾਉਣ ਵਾਲਾ, ਚਾਹੇ ਕੋਈ ਵਰਕਸ਼ਾਪ ਵਾਲਾ ਵਾ, ਜਿਵੇਂ ਹੁਣ ਤੁਸੀਂ ਲਾ ਲਓ ਵੀ ਵਰਕਸ਼ਾਪਾਂ ਨੇ ਜਗ੍ਹਾ ਜਗ੍ਹਾ ਟਰਾਂਸਪੋਰਟਰ ਬਾਹਰੋਂ ਸਰਵਿਸਾਂ ਕਰਾਉਂਦੇ ਆ। ਇਹ ਬਿੱਲ ਜਿਹੜਾ ਆਇਆ, ਇਹ ਬਿੱਲ ਤੇ ਹਜੇ ਆਇਆ ਨਹੀਂ ਹੈਗਾ। ਇਹਦੇ ਤੇ ਸੂਬੇ ਵੱਲੋਂ ਆਬਜੈਕਸ਼ਨ ਲਾਉਣਾ ਸੀ, ਬਾਹਰਲੀਆਂ ਸਟੇਟਾਂ ਆਬਜੈਕਸ਼ਨ ਲਾ ਰਹੀਆਂ। ਸਾਡਾ ਟਰਾਂਸਪੋਰਟ ਵਿਭਾਗ ਕਿਉਂ ਸੁੱਤਾ ਪਿਆ? ਇਹਦੇ ਤੇ ਜਿਹੜੀ ਆਬਜੈਕਸ਼ਨ ਦੀ ਡੇਟ ਸੀ, ਲਾਸਟ ਡੇਟ 7/5/2021 ਸੀ। ਤੇ ਸਾਡੇ ਜਿਹੜੇ ਨਵੇਂ ਬਿੱਲ ਬਣੇ ਸੀ ਟਰਾਂਸਪੋਰਟ ਨੂੰ ਲੈ ਕੇ, ਉਹਨਾਂ ਦੇ ਵਿੱਚ ਇੱਕ ਕਾਲਮ ਸੀ ਇਸ ਦੇ ਉੱਤੇ ਵਿਰੋਧ ਆ ਜਿਹੜਾ ਨਹੀਂ ਕੀਤਾ ਗਿਆ ਸੀਗਾ। ਵਿਰੋਧ ਆ ਜਿਹੜਾ ਆਜ਼ਾਦ ਟੈਕਸੀ ਯੂਨੀਅਨ ਵੱਲੋਂ ਕੀਤਾ ਗਿਆ। ਅਸੀਂ ਵਿਰੋਧ ਇਹਦਾ ਵੀ ਕੀਤਾ ਵਾ, ਪਹਿਲਾਂ ਵੀ ਜਿਹੜੀਆਂ 3 ਪਾਲਿਸੀਆਂ ਆਈਆਂ ਉਹ ਜਿਹੜੀਆਂ NP ਪਰਮਿਟ ਨੂੰ ਲੈ ਕੇ, ਉਹਦਾ ਵੀ ਵਿਰੋਧ ਅਸੀਂ ਕੀਤਾ। ਪਰ ਮੈਂ ਫੇਰ ਦੁਬਾਰੇ ਕਹਿੰਦਾ, ਉਹਦੀ ਗੱਲ ਮੈਂ ਬਾਅਦ ਚੋਂ ਸਟੈਪ ਬਾਈ ਸਟੈਪ ਕਰਦਾ ਵੀ ਆਹ ਵਿਰੋਧ ਇਹਦੇ ਤੇ ਲਾਸਟ ਡੇਟ 7/5/2021 ਸੀ। ਮੈਨੂੰ ਬੜੀ ਨਮੋਸ਼ੀ ਨਾਲ ਕਹਿਣਾ ਪੈ ਰਿਹਾ, ਹੰਕਾਰੀ ਸਟੇਟ ਟਰਾਂਸਪੋਰਟ ਕਮਿਸ਼ਨਰ ਤੇ ਹੰਕਾਰੀ ਪ੍ਰਿੰਸੀਪਲ ਸੈਕਟਰੀ ਇਹ ਭੁੱਲ ਚੁੱਕੇ ਆ ਵੀ ਜਿਹੜੀ ਕੁਰਸੀ ਤੇ ਇਹ ਬੈਠੇ ਆ ਉਹ ਸਾਡੇ ਭਰੇ ਹੋਏ ਟੈਕਸਾਂ 'ਚੋਂ ਤਨਖਾਹਾਂ ਲੈਂਦੇ ਆ। ਆਮ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦੇ ਭਰੇ ਹੋਏ ਟੈਕਸਾਂ 'ਚੋਂ ਉਹ ਭੱਤੇ ਲੈਂਦੇ ਆ, ਉਹਨਾਂ ਦੇ ਭਰੇ ਹੋਏ ਟੈਕਸਾਂ 'ਚੋਂ ਤਨਖਾਹਾਂ ਲੈਂਦੇ ਆ। ਇਹ ਦੋਨੇ ਬੰਦਿਆਂ ਨੇ ਪੰਜਾਬ ਦਾ ਬੇੜਾ ਗਰਕ ਕਰਤਾ। ਤੇ ਅਫਸਰਸ਼ਾਹੀ ਜਿਹੜੀ ਆ, ਮੈਂ ਪਹਿਲਾਂ ਹੀ ਕਿਹਾ, ਟਰਾਂਸਪੋਰਟ ਵਿਭਾਗ ਬਾਅਦ 'ਚੋਂ ਹੀ ਕਿਉਂ ਜਾਗਦਾ ਵਾ, ਪਹਿਲਾਂ ਨਹੀਂ ਜਾਗਦਾ। ਇਹਦੇ 'ਚ ਸਾਰਾ ਕੁਝ ਮੈਂ ਲਿਖ ਕੇ ਟਰਾਂਸਪੋਰਟ ਮੰਤਰੀ ਤੋਂ ਜਦੋਂ ਮੈਂ ਇੱਕ ਸਵਾਲ ਕੀਤਾ ਵੀ ਇਹਦੇ 'ਚ ਜਦੋਂ ਕਾਰਪੋਰੇਟ ਘਰਾਣਿਆਂ ਨੂੰ ਦੇਤੀ, ਉਹ ਵਰਕਸ਼ਾਪ 'ਚ 80-85 ਡਰਾਈਵਰ ਹੋਇਆ ਕਰਨਗੇ, ਵੱਡੇ ਵੱਡੇ ਮਹਿਲਾਂ ਵਾਂਗੂ ਉਹ ਵਰਕਸ਼ਾਪ ਹੋਊਗੀ ਜਿਹਦੇ 'ਚ 80 ਤੋਂ 90 ਡਰਾਈਵਰ ਇਹਨਾਂ ਦੀਆਂ ਗੱਡੀਆਂ ਲੈ ਕੇ ਜਾਇਆ ਕਰਨਗੇ, ਬਾਹਰ ਆ ਜਾਇਆ ਕਰਨਗੇ। ਆ ਲਓ ਜੀ, ਆ ਇੰਨਾ ਬਿੱਲ ਬਣਿਆ ਵਾ, 25 ਤੋਂ 30 ਹਜ਼ਾਰ ਦਾ ਕੰਮ ਕਰਾਓ ਗੱਡੀ ਦਾ, ਫਿਰ ਫਿਟਨੈਸ ਸਰਟੀਫਿਕੇਟ। ਗੱਡੀ ਮਾਲਿਕ ਵੀ ਅੰਦਰ ਨਹੀਂ ਜਾਊਗਾ, ਉਹਨਾਂ ਦੇ ਆਪਦੇ ਡਰਾਈਵਰ ਰੱਖੇ ਹੋਣਗੇ, ਗੱਡੀ ਗੇਟ ਤੋਂ ਅੰਦਰ ਲੈ ਜਾਣਗੇ ਤੇ ਤੁਹਾਨੂੰ ਬਾਹਰ ਦੇ ਜਾਣਗੇ। ਤੇ ਤੁਹਾਨੂੰ ਉਹਦੇ ਵਿੱਚ ਇਹੀ ਖਰਚਾ ਹੈ ਕਿ ਉਹ ਕੀ ਕਰਦੇ ਆ, ਕੀ ਨਹੀਂ ਕਰਦੇ, ਕਿਹੜਾ ਪਾਰਟ ਪਿਆ, ਕਿਹੜਾ ਨਹੀਂ ਪਿਆ। ਮੋٹے-ਮੋٹے ਬਿੱਲ ਆ ਜਿਹੜੇ ਤੁਹਾਨੂੰ ਦੇ ਦਿੱਤੇ ਜਾਣ। ਹਾਂਜੀ ਬਿਲਕੁਲ ਦੇ ਦਿੱਤੇ ਜਾਣਗੇ। 20 ਤੋਂ 25,000 50,000 ਦਾ ਬਿੱਲ ਬਣੂਗਾ, ਚਾਹੇ ਲੱਖ ਰੁਪਏ ਦਾ ਵੀ ਬਣਾ ਸਕਦੇ। ਉਹ ਜਦੋਂ ਬਾਸੀ ਅਸੀਂ ਉਹਨਾਂ ਦੇ ਪੈ ਗਏ, ਉਸ ਤੋਂ ਬਾਅਦ ਗੱਡੀ ਜਾ ਕੇ ਪਾਸਿੰਗ ਹੋਊਗੀ। ਪਰ ਮੈਨੂੰ ਗੱਲ ਉੱਥੇ ਆ ਜਾ ਰਹੀ ਆ ਵੀ ਜੇ ਨਾ ਇਹ ਸਰਟੀਫਿਕੇਟ ਤੁਹਾਨੂੰ ਪਾਸਿੰਗ ਦਾ ਦਿੱਤਾ ਇਹਨਾਂ ਨੇ, ਤਾਂ ਜਿਹੜੀ ਗੱਡੀ ਆ ਤੁਹਾਡੀ ਜਾਂ ਉਹ ਨਹੀਂ ਸਰਟੀਫਿਕੇਟ ਮਿਲੂਗਾ, ਤੁਹਾਨੂੰ ਕੁਆਡ ਦੇ ਵਿੱਚ ਜਾਊਗੀ ਗੱਡੀ ਤੁਹਾਡੀ। ਕੁਆਡ ਕਰਕੇ ਪੈਸੇ ਦੇਣਗੇ ਤੇ ਉਹ ਡਾਊਨ ਪੇਮੈਂਟ ਦੀ ਤੁਸੀਂ ਨਵੀਂ ਗੱਡੀ ਲਓ, ਕਰਜ਼ਈ ਹੋਵੋ ਤੇ ਵੱਡੀਆਂ ਵੱਡੀਆਂ ਕੰਪਨੀਆਂ ਜਾਂ ਵੱਡੇ ਫਾਈਨਾਂਸਰ ਜਾਂ ਵੱਡੀਆਂ ਜਿਹੜੇ ਫਾਈਨਾਂਸ ਕੰਪਨੀਆਂ ਨੇ ਉਹ ਫਾਇਦਾ ਲੈਣ। ਤੁਹਾਨੂੰ ਲੱਗਦਾ ਕਿ ਇਹ ਜਾਣਬੁੱਝ ਕੇ ਇਦਾਂ ਕੀਤਾ ਜਾਏਗਾ ਕਿ ਗੱਡੀ ਦਰੁਸਤ ਹੈ, ਚੱਲਣ ਯੋਗ ਹੈ, ਸੜਕ ਤੇ ਉਤਰਨ ਯੋਗ ਹੈ, ਲੇਕਿਨ ਕਿਤੇ ਨਾ ਕਿਤੇ ਅਨਫਿਟਨੈਸ ਕਰਕੇ ਸਰਟੀਫਿਕੇਟ ਨਹੀਂ ਦਿੱਤਾ ਜਾਊਗਾ ਔਰ ਗੱਡੀ ਜਿਹੜੀ ਕੰਡਮ ਹੋ ਜੂਗੀ ਤੁਹਾਡੀ? ਬਿਲਕੁਲ ਕੰਡਮ ਹੋ ਜੂਗੀ, ਬਿਲਕੁਲ। ਤੇ ਆਹ ਪਾਲਿਸੀ ਆ, ਤੁਸੀਂ ਦੇਖ ਲਓ ਵੀ GRS ਜਿਹਦੀ ਇਹਦੇ ਤੇ ਤਰੀਕ ਵੀ ਲਿਖੀ ਹੋਈ ਆ, 8 ਅਪ੍ਰੈਲ ਲਾਸਟ ਡੇਟ ਸੀ ਇਹਦੇ ਤੇ। ਸਾਰੇ ਸੂਬੇ ਇਹਦਾ ਵਿਰੋਧ ਕਰ ਰਹੇ ਸੀ ਪਾਲਿਸੀ ਦਾ। ਤਮਾਮ ਯੂਨੀਅਨਾਂ, ਟਰੱਕ ਯੂਨੀਅਨਾਂ ਸੂਬਿਆਂ ਦੀਆਂ ਵਿਰੋਧ ਕਰ ਰਹੀਆਂ ਨੇ। ਤੇ ਮੈਨੂੰ ਬੜੇ ਨਮੋਸ਼ੀ ਨਾਲ ਵੀ ਸੂਬਾ ਸਾਡਾ ਪੰਜਾਬ, ਸੂਬਾ ਖੁਸ਼ਹਾਲ ਸੂਬਾ ਕਿਉਂ ਚੁੱਪ ਬੈਠਾ। ਉਸ ਤੋਂ ਬਾਅਦ ਹੁਣ ਆ ਜਾਓ, ਮੈਂ ਤੁਹਾਨੂੰ ਇਹਨਾਂ ਦੀ ਪ੍ਰੈਕਟੀਕਲੀ ਗੱਲ ਕਰਨ ਲੱਗਿਆ। ਜਿਹੜਾ NP ਪਰਮਿਟਾਂ ਨੂੰ ਲੈ ਕੇ ਟੈਕਸੀ ਮਾਲਕਾਂ ਦੇ ਉੱਤੇ ਕਾਨੂੰਨ ਥੋਪਿਆ ਗਿਆ। ਇੱਕ 2018 'ਚ GRS 166 ਆਉਂਦਾ ਵਾ, ਜਿਹਦੇ ਤੇ ਤਮਾਮ ਸਟੇਟ ਦੇ ਰਾਜਾਂ ਨੂੰ, ਸੈਕਟਰੀ ਟਰਾਂਸਪੋਰਟ ਨੂੰ, ਸਟੇਟ ਟਰਾਂਸਪੋਰਟ ਕਮਿਸ਼ਨਰਾਂ ਨੂੰ ਬੁਲਾਇਆ ਜਾਂਦਾ, ਭੇਜਿਆ ਜਾਂਦਾ ਇਹ ਵੀ ਇਤਰਾਜ਼ ਭੇਜੋ NP ਪਰਮਿਟਾਂ ਨੂੰ ਲੈ ਕੇ ਵੀ ਅਸੀਂ ਇੱਕ ਪੂਰੇ ਕਾਨੂੰਨ ਬਣਾਉਣ ਜਾ ਰਹੇ ਹਾਂ। ਤੇ ਸੂਬਾ ਗੱਲ ਉੱਥੇ ਹੀ ਆ ਜਾਂਦੀ ਆ ਵੀ ਅਫਸਰਸ਼ਾਹੀ, ਫਰੀ ਦੀਆਂ ਤਨਖਾਹਾਂ ਵਿਭਾਗ ਲੈ ਰਿਹਾ, ਚੁੱਪੀ ਧਾਰੀ ਹੋਈ ਆ। ਮੈਨੂੰ ਨਹੀਂ ਪਤਾ ਕਿਉਂ ਇਹ ਚੁੱਪ ਬੈਠੇ ਆ। ਉਸ ਤੋਂ ਬਾਅਦ 2019 'ਚ ਫਿਰ ਸੈਂਟਰ ਨੇ ਇੱਕ ਖਰੜਾ ਤਿਆਰ ਕਰ ਲਈ ਇਹਨਾਂ ਨੂੰ, ਆਲ ਇੰਡੀਆ ਪਰਮਿਟ ਅਥੋਰਾਈਜੇਸ਼ਨ ਦੇ ਨਾਂ ਤੇ। ਟਰਾਂਸਪੋਰਟ ਕਮਿਸ਼ਨਰ ਨੂੰ, ਸੈਕਟਰੀ ਟਰਾਂਸਪੋਰਟ
ਨੂੰ ਭੇਜਿਆ ਵੀ ਖਰੜਾ ਤਿਆਰ ਕੀਤਾ ਜਾਵੇ 2019 'ਚ, ਉਹ ਵੀ ਨਹੀਂ ਹੋਇਆ। ਉਸ ਤੋਂ ਬਾਅਦ 2020 ਦੇ ਵਿੱਚ ਫਿਰ ਇੱਕ ਆਉਂਦਾ ਵਾ GRS 425, ਉਹਦੇ ਤੇ ਨਹੀਂ ਆਬਜੈਕਸ਼ਨ ਲੱਗਿਆ। ਉਸ ਤੋਂ ਬਾਅਦ ਤੁਸੀਂ ਇਹ ਦੇਖੋ ਵੀ ਮੌਰਥ ਦੀ ਜਿਹੜੀ GRS 425 ਨੂੰ ਲੈ ਕੇ ਆਲ ਇੰਡੀਆ ਟੂਰਿਸਟ ਪਰਮਿਟ ਰੂਲ ਜਿਹੜੇ ਆ 2020 ਦੇ, ਉਹਨਾਂ ਨੂੰ ਲੈ ਕੇ ਇੱਕ ਮੀਟਿੰਗ ਬੁਲਾਈ ਜਾਂਦੀ ਆ। ਆਲ ਜਿਹੜੇ ਸਾਡੇ ਸੂਬਿਆਂ ਦੇ, ਚਾਹੇ ਸੈਕਟਰੀ ਟਰਾਂਸਪੋਰਟ, ਸਟੇਟ ਟਰਾਂਸਪੋਰਟ ਕਮਿਸ਼ਨਰ, 40ਵੀਂ ਡਿਵੈਲਪਮੈਂਟ ਦੀ ਮੀਟਿੰਗ ਆ। ਤੁਸੀਂ ਦੇਖੋ ਵੀ ਵਿਗਿਆਨ ਭਵਨ ਦੇ ਵਿੱਚ ਮੀਟਿੰਗ ਦਾ ਸੱਦਾ ਦਿੱਤਾ ਜਾਂਦਾ ਵਾ, ਪਰ ਮੈਨੂੰ ਬੜੀ ਨਮੋਸ਼ੀ ਨਾਲ ਕਹਿਣਾ ਪੈ ਰਿਹਾ, ਇਹਨਾਂ ਤੇ ਆਬਜੈਕਸ਼ਨ ਨਹੀਂ ਲਾਇਆ ਗਿਆ ਕਿਸੇ ਤੇ ਵੀ। ਤੇ ਮੀਟਿੰਗ ਦਾ ਜਦੋਂ ਲਿਖਤੀ ਸੱਦਾ ਆਉਂਦਾ ਤੇ ਸੱਦੇ ਤੇ ਵੀ ਨਹੀਂ ਗਏ। ਤੇ ਜਦੋਂ ਮੈਡਮ ਦੇ ਸਾਹਮਣੇ ਗੱਲਾਂ ਬਾਤਾਂ ਹੋਈਆਂ ਵੀ ਕਾਪੀ ਦੇ ਦਿਓ ਜੀ ਇਹਦੀ ਆਬਜੈਕਸ਼ਨ ਦੀ, ਤਾਂ ਸਾਡੇ ਸਟੇਟ ਟਰਾਂਸਪੋਰਟ ਕਮਿਸ਼ਨਰ ਸਾਹਿਬ ਦਾ ਇਹ ਕਹਿਣਾ ਸੀਗਾ, ਮੈਨੂੰ ਪਾਲਿਸੀ ਵਧੀਆ ਲੱਗੀ, ਮੈਂ ਆਬਜੈਕਸ਼ਨ ਨਹੀਂ ਲਾਇਆ। ਹਾਂਜੀ, ਤੁਸੀਂ ਦੇਖੋ ਵੀ ਇੱਕ ਖਾਣਾ ਪੰਜਾਬ ਸੂਬੇ ਦਾ, ਇਹ ਕਾਨੂੰਨ ਜਿਹੜੇ ਆਹ ਸੈਂਟਰ ਦੀ ਸਰਕਾਰ ਨੇ ਬਣਾਏ ਆ, ਇਹ ਉਸੇ ਤਰ੍ਹਾਂ ਦੇ ਕਾਨੂੰਨ ਨੇ ਜਿਵੇਂ GST ਵਾਲੇ ਕਾਨੂੰਨ ਨੇ ਨਾ, ਅੱਜ ਸਟੇਟਾਂ ਭਿਖਾਰੀ ਬਣਾਤੀਆਂ, ਇਹ ਉਹੀ ਕਾਨੂੰਨ ਨੇ ਵੀ ਸਟੇਟਾਂ ਨੇ ਭਿਖਾਰੀ ਬਣ ਜਾਣਾ। ਇੱਕ ਸਟੇਟ ਟਰਾਂਸਪੋਰਟ ਕਮਿਸ਼ਨਰ ਕਹਿੰਦਾ ਪਾਲਿਸੀ ਵਧੀਆ ਲੱਗੀ, ਮੈਂ ਆਬਜੈਕਸ਼ਨ ਨਹੀਂ ਲਾਇਆ। ਮੈਂ ਕਿਹਾ ਫਿਰ ਕੁਰਸੀ ਖਾਲੀ ਕਰੋ, ਤੁਸੀਂ ਕਾਹਤੇ ਤਨਖਾਹਾਂ ਭੱਤੇ ਲੈ ਰਹੇ ਹੋ, ਸੂਬੇ ਦੇ ਤੁਸੀਂ ਕਾਹਨੂੰ ਬੋਝ ਬਣੇ ਹੋਏ ਹੋ, ਕੁਰਸੀ ਖਾਲੀ ਕਰੋ। ਤੁਹਾਨੂੰ ਕੀ ਲੱਗਦਾ, ਤੁਸੀਂ ਕੀ ਸੋਚਦੇ ਹੋ ਕਿ ਜਿਹੜਾ ਆਬਜੈਕਸ਼ਨ ਨਹੀਂ ਲਗਾਇਆ ਗਿਆ ਤੇ ਇਸ ਦੇ ਪਿੱਛੇ ਕਾਰਨ ਆ ਜਿਹੜਾ ਕੀ ਹੋਊਗਾ? ਦੇਖੋ ਕਾਰਨ ਮੈਂ ਉੱਥੇ ਵੀ ਇਹੀ ਗੱਲ ਕਹੀ ਸੀ, ਮੈਂ ਕਿਹਾ ਜੀ ਯਾਰੀਆਂ ਤੁਹਾਡੀਆਂ ਸਟੇਟ ਟਰਾਂਸਪੋਰਟ ਕਮਿਸ਼ਨਰ, ਸੈਕਟਰੀ ਟਰਾਂਸਪੋਰਟ ਦੀਆਂ ਕਾਰਪੋਰੇਟ ਘਰਾਣਿਆਂ ਦੇ ਨਾਲ, ਉਹਨਾਂ ਨੂੰ ਫਾਇਦਾ ਹੋਇਆ। ਜਿਹੜੀ ਮੈਂ ਕਿਹਾ ਬੱਸ ਨੂੰ 5000 ਰੁਪਈਆ ਡੇਲੀ ਦਾ NP ਪਰਮਿਟ ਤੇ ਐਂਟਰੀ ਜਿਹੜੀ ਪੰਜਾਬ ਦੀ ਆ 5000 ਰੁਪਈਆ ਟੈਕਸ ਲੱਗਦਾ ਸੀ, ਉਹਨੂੰ ਅੱਜ 825 ਰੁਪਏ ਪੈਣ ਲੱਗ ਗਿਆ। ਮੈਂ ਕਿਹਾ ਫਾਇਦਾ ਹੋਇਆ ਉਹਨਾਂ ਨੂੰ, ਤੇ ਗਰੀਬ ਲੋਕ ਜਿਹੜੇ ਗਰੀਬ ਟੈਕਸੀਆਂ ਵਾਲੇ ਆ ਉਹਨਾਂ ਨੂੰ ਤੁਸੀਂ ਖਤਮ ਕਰਤਾ, ਮਾਰਤਾ, ਉਹਨਾਂ ਨੂੰ ਬਰਬਾਦ ਕਰਤਾ ਇੱਕ ਪਰਮਿਟ ਦੀ ਪਾਲਿਸੀ ਲਿਆ ਕੇ। ਉਹ ਹਜ਼ਾਰ ਕਰੋੜ ਦੇ ਮਾਲਕ, ਅਸੀਂ ਲੱਖ 1.5 ਲੱਖ ਰੁਪਈਆ ਦੇ ਕੇ ਗੱਡੀ ਚਲਾਉਂਦੇ ਆ, ਲੋਨ ਕਰਦੇ ਆ, ਫਿਰ ਘਰ ਪਰਿਵਾਰ ਪਾਲਦੇ ਆ ਆਪਦਾ। ਅੱਛਾ ਸ਼ਨਜੀ ਜੀ, ਇੱਕ ਗੱਲ ਦੱਸੋ ਕਿ ਕਰੋਨਾ ਦੀ ਮਾਰ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 1 ਸਾਲ ਜਿਹੜਾ ਹੋ ਚੱਲਿਆ ਹੈਗਾ, ਗੱਡੀਆਂ ਜਿਹੜੀਆਂ ਨਹੀਂ ਚੱਲਦੀਆਂ ਪਈਆਂ, ਆਪਾਂ ਕਿਉਂਕਿ ਇਕੱਠ ਨਹੀਂ ਕਰ ਸਕਦੇ, ਸਵਾਰੀਆਂ ਨਹੀਂ ਬਹੁਤੀਆਂ ਬਿਠਾ ਸਕਦੇ, ਉੱਤੋਂ ਇੱਦਾਂ ਦੇ ਬਿੱਲ ਆ ਜਾਣੇ, ਤੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਜਿੰਨੇ ਵੀ ਜਿਹੜੇ ਟੈਕਸੀ ਚਲਾਉਣ ਵਾਲੇ ਜਿਹੜੇ ਹੈਗੇ ਨੇ ਜਾਂ ਟੈਕਸੀ ਨਾਲ ਰਿਲੇਟਡ ਜਿੰਨੇ ਵੀ ਜਿਹੜੇ ਕੰਮਕਾਰ ਹੈਗੇ, ਤੁਹਾਨੂੰ ਨਹੀਂ ਲੱਗਦਾ ਕਿ ਇਸ ਨਾਲ ਤਕਰੀਬਨ ਕੰਮਕਾਰ ਜਿਹੜੇ ਖਤਮ ਹੋ ਜਾਣਗੇ? ਦੇਖੋ ਜੀ, ਟੂਰਿਸਟ ਇੰਡਸਟਰੀ ਜਿਹੜੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਸੀ ਇੰਡੀਆ ਦੀ, ਉਹ ਅੱਜ ਬਰਬਾਦ ਹੋ ਚੁੱਕਿਆ ਵਾ। ਪਿਛਲੇ 1.5 ਸਾਲ ਦੌਰਾਨ ਘਰਾਂ 'ਚ ਗੱਡੀਆਂ ਖੜੀਆਂ ਨੇ, ਕੋਈ ਮਾਲੀ ਸਹਾਇਤਾ ਨਹੀਂ, ਬਰਬਾਦ ਹੋ ਚੁੱਕਿਆ। ਜਿਹੜਾ ਮਾੜਾ ਮੋਟਾ ਰਹਿ ਗਿਆ ਉਹ ਆਉਣ ਵਾਲੇ ਦਿਨਾਂ 'ਚ ਹੋ ਜਾਊਗਾ। ਅਸੀਂ ਮੈਡਮ ਤੋਂ ਰਾਹਤ ਪੈਕੇਜ ਦੀ ਵੀ ਡਰਾਈਵਰਾਂ ਲਈ ਗੱਲ ਕੀਤੀ, ਜਾਂ ਹੋਰ ਮੈਨੂੰ ਲੱਗਦਾ ਵੀ ਕਿਸੇ ਸਿੱਟੇ ਤੇ ਨਹੀਂ ਪਹੁੰਚੇ। ਕਿਉਂਕਿ ਖੜੀਆਂ ਗੱਡੀਆਂ ਦੀਆਂ ਇੰਸ਼ੋਰੈਂਸਾਂ ਵੀ ਤੁਸੀਂ ਭਰੀਆਂ ਨੇ, ਜਿਹੜੀਆਂ EMI ਜਿਹੜੀਆਂ ਕਿਸ਼ਤਾਂ ਨੇ, ਬੈਂਕ ਦੇ ਲੋਨ ਨੇ, ਉਹ ਵੀ ਤੁਸੀਂ ਰੈਗੂਲਰ ਆ ਜਿਹੜੇ ਭਰੇ ਆ, ਲੇਕਿਨ ਗੱਡੀਆਂ ਬੰਦ ਪਈਆਂ, ਕੰਮ ਬੰਦ ਪਏ ਨੇ, ਕੰਮ ਹੈ ਨਹੀਂ, ਤੇ ਫਿਰ ਉਹ ਗੁਜ਼ਾਰਾ ਜਿਹੜਾ ਫਿਰ ਜਿਹੜਾ ਖਰਚੇ ਆ ਜਿਹੜੇ ਇੰਨੇ ਗੱਡੀਆਂ ਦੇ ਜਿਹੜੇ ਖੜੀਆਂ ਗੱਡੀਆਂ ਦੇ ਆ ਰਹੇ ਨੇ, ਤੇ ਤੁਸੀਂ ਆਪਣਾ ਕੋਈ ਰਾਏ ਨਹੀਂ, ਉਹਨਾਂ ਨੇ ਕੋਈ ਸੁਝਾਅ ਨਹੀਂ ਦਿੱਤਾ ਤੁਸੀਂ? ਦੇਖੋ ਪਹਿਲਾਂ ਜਿਹੜਾ 6 ਮਹੀਨੇ ਦਾ ਮੈਰੀਟੋਰੀਅਮ ਹੋਇਆ, ਉਹ 6 ਜੇ ਕਿਸ਼ਤਾਂ ਅੱਗੇ ਕੀਤੀਆਂ, ਪਹਿਲਾਂ ਤਾਂ ਕਹਿ ਰਹੇ ਸੀ ਵਿਆਜ ਨਹੀਂ ਪਊਗਾ, ਉਹ 6 ਕਿਸ਼ਤਾਂ ਤੇ ਡਬਲ ਵਿਆਜ ਲੱਗਿਆ। ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ ਹੋਰ ਕਰਜ਼ੇ ਹੀ ਹੋ ਚੁੱਕੇ ਆ। ਪੈਰ ਤੇ ਧੋਖਾ ਹੋਇਆ ਬਿਲਕੁਲ, ਇਹ ਤੋਂ ਫੜ ਲਏ ਪੈਸੇ, ਉਹ ਤੋਂ ਫੜ ਲਏ। ਜੇ ਅੱਜ 15 ਲੱਖ ਦਾ ਕਰਜ਼ਾ ਸੀ, ਹੁਣ ਤੱਕ 20 ਲੱਖ ਰੁਪਇਆ, 22 ਲੱਖ ਦੇ ਕਰਜ਼ੇ ਹੀ ਹੋ ਚੁੱਕੇ ਆ। ਹਾਂਜੀ, ਅੱਗੇ ਹੁਣ ਤੁਹਾਡੀ ਕੀ ਰਣਨੀਤੀ ਹੈ? ਤੁਹਾਡੀ ਜਿਹੜੀ ਯੂਨੀਅਨ ਹੈਗੀ, ਅੱਗੇ ਕੀ ਰਣਨੀਤੀ ਤੁਸੀਂ ਅਪਣਾਓ? ਦੇਖੋ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ, ਪੰਜਾਬ ਦੇ ਟਰਾਂਸਪੋਰਟਰਾਂ ਨੂੰ ਅਵੇਅਰ ਕਰ ਰਹੇ ਹਾਂ, ਜਾਗ ਜੋ ਵੀਰੋ, ਕਿਸਾਨੀ ਤੋਂ ਬਾਅਦ ਵਾਰੀ ਤੁਹਾਡੀ ਵੀ ਆ ਗਈ। ਪਤਾ ਨਹੀਂ ਕਿਉਂ ਚੁੱਪੀ ਧਾਰੀ ਹੋਈ ਆ, ਵੱਡੀਆਂ ਬੜੇ ਵੱਡੇ ਦਾਅਵੇ ਕਰਦੀਆਂ ਨੇ ਯੂਨੀਅਨਾਂ, ਸਾਡੇ ਨਾਲ ਇੰਨੇ ਲੱਖ ਟਰੱਕ ਜੁੜਿਆ ਹੋਇਆ, ਸਾਡੇ ਨਾਲ ਇੰਨੇ ਲੱਖ ਟਰੱਕ ਜੁੜਿਆ, ਡੀਜ਼ਲ ਦਾ ਰੇਟ ਕਿੱਥੇ ਪਹੁੰਚ ਗਿਆ, ਕਦੋਂ ਜਾਗਣਾ, ਕਦੋਂ ਤੁਸੀਂ ਖੜੀਆਂ ਕਰਨੀਆਂ ਨੇ, ਸਰਕਾਰ ਕਦੋਂ ਜਗਾਉਣੀਆਂ, ਜਾਂ ਤੁਹਾਡੀਆਂ ਇਹਨਾਂ ਦੀਆਂ ਸੈਟਿੰਗਾਂ ਨੇ, ਇਹੀ ਹੋ ਸਕਦਾ ਕਦੋਂ ਜਾਗਣਾ ਵਾ। ਅਸੀਂ ਤਾਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ, ਜਾਗ ਜੋ, ਨਹੀਂ ਬਰਬਾਦ ਹੋ ਜਾਓਗੇ। ਬਰਬਾਦ ਇਹਨਾਂ ਨੇ ਕਰ ਦੇਣਾ, ਜਿੱਥੇ ਅਸੀਂ ਨਹੀਂ ਡੁੱਬਣਾ ਇਹਦੇ 'ਚ। ਇੱਥੇ ਹਰੇਕ ਉਸ ਵਰਗ ਨੇ, ਚਾਹੇ ਉਹ ਪੰਪ ਦੇ ਉੱਤੇ ਟਾਇਰ ਪੈਂਚਰ ਲਾਉਂਦਾ ਉਹਨੇ ਵੀ ਡੁੱਬਣਾ, ਚਾਹੇ ਕੋਈ ਵਰਕਸ਼ਾਪ ਵਾਲਾ ਉਹਨੇ ਵੀ ਡੁੱਬਣਾ, ਚਾਹੇ ਕੋਈ ਮਕੈਨਿਕ ਆ ਜਾਂ ਕੋਈ ਵੀ ਕੰਮ ਕਰਦਾ, ਹਰੇਕ ਨੇ ਡੁੱਬਣਾ ਪਾਲਿਸੀ ਦੇ ਵਿੱਚ। ਮਤਲਬ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਫਾਇਦਾ ਪਹੁੰਚਾ ਦਈਏ, ਤੇ ਬਾਕੀ ਜਿਹੜੇ ਡਰਾਈਵਰ ਲੋਕ ਨੇ ਜਾਂ ਜਿਹੜੇ ਗੱਡੀਆਂ ਮਾਲਕ ਨੇ ਉਹ ਭੁੱਖੇ ਮਰਦੇ ਤਾਂ ਮਰੀ ਜਾਣ। ਹਾਂਜੀ ਬਿਲਕੁਲ, ਇਹ ਭੁੱਖੇ ਮਾਰਨ ਦੀ ਆ। ਹੁਣ ਤੁਸੀਂ ਦੇਖੋ ਵੀ 10 ਸਾਲ ਹੋ ਗਏ
ਐਪ ਕੰਪਨੀਆਂ ਦੀ ਗੱਲ ਕਰਾਂ, ਓਲਾ, ਉਬਰ, ਇਨਡਰਾਈਵ, ਬਲਾ ਬਲਾ, ਪਤਾ ਨਹੀਂ ਕਿੰਨੀਆਂ ਕੈਬ ਕੰਪਨੀਆਂ ਬੇਲਗਾਮ ਨੇ। ਇਹਨਾਂ ਨੂੰ ਮੈਂ ਕਿਹਾ ਐਗਰੀਗੇਟਰ ਪਾਲਿਸੀ ਦਿਓ, ਉਹ ਨਹੀਂ ਹੈਗੀ। ਟਰਾਂਸਪੋਰਟ ਵਿਭਾਗ ਦਾ ਕੰਮ ਕੀ ਹੁੰਦਾ ਮੈਨੂੰ ਦੱਸਤਾ ਦਿਓ। ਇਹ ਕੀ ਕੰਮ ਹੁੰਦਾ ਇਹਨਾਂ ਨੇ? ਚੈਕਿੰਗ ਤੇ ਇਹਨਾਂ ਦੇ ਆਰਟੀਓ ਨਹੀਂ ਖੜ੍ਹਦੇ। ਇਹ ਜਿਹੜਾ ਕੋਈ ਆਰਸੀ ਸੀਨ ਦੇ, ਮੈਂ ਇਹਦੇ 'ਚ ਘੱਟੋ ਘੱਟ ਅਸੀਂ 15 ਤੋਂ 20 ਮੰਗਾਂ ਰੱਖੀਆਂ। ਆਰਸੀ ਸੀਨ ਦੇ ਨਾਂ ਤੇ ਜਬਰੀ ਵਸੂਲੀ ਕਰੀ ਜਾਂਦੇ ਆ 15 ਦਿਨਾਂ ਦੇ ਵਿੱਚ। ਤੁਸੀਂ ਦੇਖੋ ਵੀ ਇੱਕ ਸੂਬੇ 'ਚ 2 ਕਾਨੂੰਨ ਨੇ। ਜੇ ਅਸੀਂ ਕੋਈ ਜੱਜ ਦਾ ਚਲਾਨ ਕੱਟ ਦੇਵੇ CGM ਦਾ, ਉਹਨਾਂ ਕੋਲ ਜਾਈਏ ਆਰਸੀ ਸੀਨ ਕਰਕੇ, ਉਹ ਸਾਨੂੰ ਉਹਨਾਂ ਕਰ ਫੰਡ ਦੇ ਕੇ 500-700 ਰੁਪਈਆ ਜੁਰਮਾਨਾ ਡਾਕੂਮੈਂਟ ਵਾਪਸ। ਇਹ 10-10 ਹਜ਼ਾਰ ਰੁਪਈਆ, 15-15 ਹਜ਼ਾਰ ਰੁਪਈਆ। ਇੱਕੋ ਸੂਬੇ 'ਚ 2 ਕਾਨੂੰਨ, ਠੀਕ ਆ ਨਾ। ਇਹ ਇਹਨਾਂ ਦੀ ਨਲਾਇਕੀ ਤੇ ਗਲਤ ਫਰਮਾਨ, ਨਾਦਰਸ਼ਾਹੀ ਫਰਮਾਨ ਲਾ ਲਓ। ਨਲਾਇਕੀਆਂ ਟਰਾਂਸਪੋਰਟ ਵਿਭਾਗ ਦੀਆਂ ਖਮਿਆਜਾ ਲੋਕ ਭੁਗਤ ਰਹੇ ਆ। ਅੱਜ ਤੁਹਾਡੀਆਂ ਗੱਡੀਆਂ ਖੜੀਆਂ ਨੇ, ਤੁਹਾਡੇ ਜਿਹੜੇ ਟੈਂਪੂ ਨੇ ਉਹ ਖੜੇ ਨੇ, ਟਰੈਵਲਰ ਜਿਹੜੇ ਟੂਰਿਸਟ ਦੇ ਉੱਤੇ ਸਾਰੇ ਡਿਪੈਂਡ ਨੇ। ਗੱਡੀਆਂ ਤੁਹਾਡੀਆਂ ਖੜੀਆਂ, ਖਰਚੇ ਲਗਾਤਾਰ ਪੈ ਰਹੇ ਆ ਇੱਕ ਪਾਸੇ, ਤੇ ਦੂਜੇ ਪਾਸੇ ਲੁਧਿਆਣਾ ਦਾ ਜਿਹੜਾ ਬੱਸ ਮਾਫੀਆ, ਅੱਜ ਵੀ ਬੱਸਾਂ ਭਰ ਕੇ ਜਿਹੜੀਆਂ ਜਾ ਰਹੀਆਂ ਨੇ, ਤੇ ਉਸ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਲਗਾਮ ਨਹੀਂ ਲੱਗਦੀ ਹੈਗੀ। ਦੇਖੋ, ਮੈਂ ਪਹਿਲਾਂ ਵੀ ਕਿਹਾ ਵੀ ਜਿਹੜੇ ਮਹੀਨੇ ਉਹਨਾਂ ਨੂੰ ਦਫ਼ਤਰਾਂ ਦੇ ਵਿੱਚ ਬੈਠਿਆਂ ਨੂੰ ਆਉਂਦੇ ਆ, RTA ਨੂੰ ਮਹੀਨੇ ਜਾਂਦੇ ਆ। ਬੱਸ ਮਾਫੀਆ ਤੋਂ ਬਿਨਾਂ ਪੰਜਾਬ 'ਚ ਟੈਕਸੀ ਮਾਫੀਆ ਵੀ ਚੱਲ ਰਿਹਾ, ਜਿਹੜੀਆਂ ਕਿ ਵਿਦਆਊਟ ਪਰਮਿਟ ਗੱਡੀਆਂ ਇਹਨਾਂ ਦੇ। ਉਹ ਵੀ ਇਹਦੇ ਵਿੱਚ ਮੈਡਮ ਨੂੰ ਕਿਹਾ ਵੀ ਸਭ ਤੋਂ ਪਹਿਲਾਂ ਰਾਈਡ, ਅੱਜ ਜੇ ਉਹੀ ਕੰਮ ਮਿਲਿਆ ਹੁੰਦਾ ਨਾ ਜਿਹੜੀਆਂ ਇਹਨਾਂ ਦੇ DCਆਂ ਨੇ ਗੱਡੀਆਂ, ਜਿਹੜੀਆਂ ਇਹਨਾਂ ਦੇ SMOਆਂ ਨੂੰ ਪ੍ਰੋਵਾਈਡ ਕਰਾਈਆਂ, ਸਿਵਲ ਸਰਜਨਾਂ ਨੂੰ ਪ੍ਰੋਵਾਈਡ ਕਰਾਈਆਂ ਨੇ ਵਿਦਆਊਟ ਪਰਮਿਟ ਗੱਡੀਆਂ, ਜਿਨ੍ਹਾਂ ਤੇ ਪਰਮਿਟ ਹੈ ਨਹੀਂ, ਜੇ ਉਹ ਵੀ ਇਹਨਾਂ ਲੋਕਾਂ ਨੂੰ, ਟੈਕਸੀ ਮਾਲਕਾਂ ਨੂੰ ਮਿਲਿਆ ਹੁੰਦਾ ਨਾ, ਅੱਜ ਸ਼ਾਇਦ ਇਹਨਾਂ ਦੀਆਂ ਕਿਸ਼ਤਾਂ ਨਾ ਟੁੱਟਦੀਆਂ, ਇਹਨਾਂ ਦੇ ਟੈਕਸ ਨਾ ਟੁੱਟਦੇ, ਜਾਂ ਇਹਨਾਂ ਦੀਆਂ ਪਾਸਿੰਗਾਂ ਨਾ ਟੁੱਟਦੀਆਂ, ਇੰਸ਼ੋਰੈਂਸਾਂ ਨਾ ਟੁੱਟਦੀਆਂ। ਖੜੀਆਂ ਗੱਡੀਆਂ ਦੇ ਚਲੋ ਜਿਹਦੇ 'ਚ ਤਾਂ ਚੱਲ ਸਕਦਾ ਉਹ ਕਰਾ ਗਿਆ, ਪਰ ਬਰਬਾਦ ਹੋ ਚੁੱਕੇ ਆ ਲੋਕ ਅੱਜ। ਆਜ਼ਾਦ ਟੈਕਸੀ ਯੂਨੀਅਨ ਦਾ ਅਗਲਾ ਕਦਮ ਕੀ ਹੋਏਗਾ? ਸਰਕਾਰਾਂ ਨੂੰ ਜਗਾਉਣ ਵਾਸਤੇ ਅਗਲਾ ਰਣਨੀਤੀ ਤੁਹਾਡੀ ਕੀ ਹੋਏਗੀ? ਦੇਖੋ, ਅਗਲੀ ਜਿਹੜੀ ਵੀ ਰਣਨੀਤੀ ਹੋਊਗੀ, ਸਮੁੱਚੀ ਜਿਹੜੀ ਪੰਜਾਬ ਦੇ ਹੋਰ ਟਰਾਂਸਪੋਰਟਰ ਵੀਰ ਆ ਉਹਨਾਂ ਨੂੰ ਜਗਾਉਣ ਦੀ, ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਇੱਕ ਅਪੀਲ ਕਰਾਂਗੇ। ਕਿਉਂਕਿ ਇਹ ਲੜਾਈ ਇਕੱਠਿਆਂ ਦੀ ਆ, ਟੈਕਸੀ ਮਾਲਕਾਂ ਦੀ ਨਹੀਂ ਰਹਿ ਗਈ। ਹੁਣ ਇਹ ਇਕੱਠਿਆਂ ਦੀ ਲੜਾਈ ਹੋ ਚੁੱਕੀ ਆ, ਚਾਹੇ ਕੋਈ ਆਟੋ ਵਾਲਾ, ਚਾਹੇ ਕੋਈ ਟਰੱਕ ਵਾਲਾ, ਚਾਹੇ ਕੋਈ ਸਕੂਲ ਬੱਸ ਵਾਲਾ ਵਾ। ਇਕੱਠਿਆਂ ਦੀ ਲੜਾਈ ਹੋ ਚੁੱਕੀ ਆ। ਅੱਜ ਵੀ ਮੈਂ ਕਹਿਣਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ, ਜਾਗ ਜੋ ਵੀਰੋ, ਨਹੀਂ ਉਹ ਦਿਨ ਦੂਰ ਨਹੀਂ। ਕਿਸਾਨਾਂ ਵਾਂਗੂ ਤੁਸੀਂ ਵੀ ਰੋਣਾ ਵਾ। ਅੱਜ ਕਿਸਾਨ ਰੋ ਰਿਹਾ, ਕੱਲ੍ਹ ਨੂੰ ਤੁਸੀਂ ਵੀ ਰੋਣਾ ਵਾ। ਜਦੋਂ ਹਜੇ ਤੱਕ ਕੁਝ ਵੀ ਨਹੀਂ ਹੋਇਆ, ਕੱਲ੍ਹ ਨੂੰ ਜਦੋਂ ਇਹ ਲਾਗੂ ਹੋ ਗਏ ਫਿਰ ਬਹੁਤ ਦਿੱਕਤ ਆ ਜਾਣੀ ਆ। ਸੋ ਤੁਸੀਂ ਸੁਣਿਆ ਸ਼ਰਨਜੀਤ ਸਿੰਘ ਜੀ, ਜੋ ਕਿ ਆਜ਼ਾਦ ਟੈਕਸੀ ਯੂਨੀਅਨ ਤੋਂ ਪ੍ਰਧਾਨ ਨੇ, ਉਹਨਾਂ ਦਾ ਸਾਫ਼ ਤੌਰ 'ਤੇ ਕਹਿਣਾ ਹੈ ਕਿ ਕੁਝ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੇ ਖਾਤਰ ਪੰਜਾਬ ਦੇ ਵਿੱਚ ਜਿੰਨੀਆਂ ਵੀ ਟੈਕਸੀ ਸਰਵਿਸਿਜ਼ ਨੇ, ਜਿੰਨੀਆਂ ਵੀ ਟੈਕਸੀ ਮਾਲਕ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਭੁੱਖੇ ਮਾਰਨ ਦੀ ਕਗਾਰ 'ਤੇ ਸਰਕਾਰ ਤੁਲੀ ਹੋਈ ਹੈ। ਕੈਮਰਾਮੈਨ ਸੰਦੀਪ ਦੇ ਨਾਲ ਵਿਸ਼ਾਲ ਸ਼ਰਦਾ, ਦੇਸ਼ ਵਿਦੇਸ਼ ਟਾਈਮਸ, ਲੁਧਿਆਣਾ।